ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੈ ਅੱਜ ਦੀ ਨਵੀਂ ਕਹਾਣੀ ਦੇ ਨਾਲ। ਵਿਆਹ ਦੇ 8 ਸਾਲ ਬਾਅਦ ਪਤੀ ਨੇ ਬਾਂਝ ਕਹਿ ਕੇ ਮੈਨੂੰ ਤਲਾਕ ਦੇ ਦਿੱਤਾ। ਮੈਂ ਆਪਣੀ ਮਾਂ ਦੇ ਘਰ ਆ ਗਈ। ਮਾਂ ਦੇ ਘਰ ਨੌਕਰਾਣੀ ਸਫਾਈ ਕਰਨ ਆਉਂਦੀ ਤਾਂ ਉਹ ਮੈਨੂੰ ਇਹੀ ਕਹਿੰਦੀ, ਤੇਰੀ ਮਾਂ ਨੇ ਹੀ ਤੇਰੀ ਜ਼ਿੰਦਗੀ ਖਰਾਬ ਕੀਤੀ ਆ। ਉਹਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਜਾਂਦੀ ਕਿ ਉਹ ਕਹਿਣਾ ਕੀ ਚਾਹੁੰਦੀ ਆ। ਪਰ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਮਾਂ ਨੂੰ ਹਸਪਤਾਲ ਲਿਜਾਇਆ ਗਿਆ। ਮੈਂ ਪੈਸੇ ਲੈਣ ਲਈ ਮਾਂ ਦੇ ਕਮਰੇ ਵਿੱਚ ਗਈ ਤਾਂ ਕਮਰੇ ਵਿੱਚ ਜਾਂਦੇ ਹੀ ਮੇਰੀ ਨਜ਼ਰ ਇੱਕ ਅਜਿਹੀ ਚੀਜ਼ 'ਤੇ ਪਈ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਤਾਂ ਮੇਰੇ ਪਤੀ ਸਵੇਰ ਤੋਂ ਹੀ ਘਰੋਂ ਨਿਕਲੇ ਸਨ ਪਰ ਅਜੇ ਤੱਕ ਵਾਪਸ ਨਹੀਂ ਆਏ ਸਨ। ਕਾਫੀ ਹਨੇਰਾ ਹੋ ਗਿਆ ਸੀ ਤੇ ਅਸਮਾਨ ਵਿੱਚ ਬੱਦਲ ਵੀ ਗਰਜ ਰਹੇ ਸੀ ਤੇ ਬਿਜਲੀ ਵੀ ਚਮਕ ਰਹੀ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਤੇ ਮੈਨੂੰ ਆਪਣੇ ਪਤੀ ਕੀਰਤ ਦੀ ਵੀ ਫਿਕਰ ਹੋ ਰਹੀ ਸੀ ਕਿ ਉਹ ਹੁਣ ਤੱਕ ਘਰ ਕਿਉਂ ਨਹੀਂ ਆਏ। ਫਿਰ ਕੁਝ ਦੇਰ ਬਾਅਦ ਕੀਰਤ ਘਰ ਆਏ ਤਾਂ ਉਹਨਾਂ ਨੂੰ ਦੇਖ ਕੇ ਮੇਰੀ ਜਾਨ ਵਿੱਚ ਜਾਨ ਆਈ। ਡਰ ਦੇ ਮਾਰੇ ਮੇਰੀ ਪਰੇਸ਼ਾਨੀ ਮੇਰੇ ਚਿਹਰੇ 'ਤੇ ਸਾਫ਼ ਦਿਖ ਰਹੀ ਸੀ। ਕੀਰਤ ਨੇ ਮੈਨੂੰ ਪਰੇਸ਼ਾਨ ਦੇਖਿਆ ਤਾਂ ਉਹ ਪੁੱਛਣ ਲੱਗੇ ਕਿ ਕੀ ਹੋਇਆ, ਤੂੰ ਪਰੇਸ਼ਾਨ ਕਿਉਂ ਲੱਗ ਰਹੀ ਆ। ਕੀਰਤ ਦੇ ਸਵਾਲ 'ਤੇ ਮੈਨੂੰ ਬਹੁਤ ਗੁੱਸਾ ਆਇਆ। ਮੈਨੂੰ ਉਸ ਦੀ ਫਿਕਰ ਹੋ ਰਹੀ ਸੀ ਤੇ ਉੱਪਰ ਤੋਂ ਬਾਰਿਸ਼ ਤੇ ਬਿਜਲੀ ਦਾ ਕੜਕਣਾ। ਮੇਰਾ ਤਾਂ ਦਿਲ ਬੈਠਿਆ ਜਾ ਰਿਹਾ ਸੀ। ਮੈਂ ਕਿਹਾ, ਇੰਨੀ ਰਾਤ ਹੋ ਗਈ ਤੇ ਮੈਨੂੰ ਤੁਹਾਡੀ ਫਿਕਰ ਹੋ ਰਹੀ ਸੀ। ਮੇਰਾ ਦਿਲ ਬੈਠਿਆ ਜਾ ਰਿਹਾ ਸੀ। ਕੀਰਤ ਨੇ ਮੇਰਾ ਹੱਥ ਫੜ ਲਿਆ ਤੇ ਕਿਹਾ, ਤੂੰ ਮੇਰੀ ਇੰਨੀ ਫਿਕਰ ਕਿਉਂ ਕਰਦੀ ਆ। ਮੈਂ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦੀ ਆ। ਕੀਰਤ ਨੇ ਕਿਹਾ, ਪਰ ਮੈਨੂੰ ਤਾਂ ਤੇਰੇ ਨਾਲ ਨਫ਼ਰਤ ਹੋ ਗਈ ਆ। ਸਾਡੇ ਵਿਆਹ ਨੂੰ 8 ਸਾਲ ਹੋ ਗਏ ਹਨ। ਤੂੰ ਮੈਨੂੰ ਦਿੱਤਾ ਕੀ ਆ। ਔਲਾਦ ਦੀ ਇੱਛਾ ਮੈਨੂੰ ਅੰਦਰ ਹੀ ਅੰਦਰ ਖਾਏ ਜਾ ਰਹੀ ਆ। ਵਿਆਹ ਹੋਣ ਤੋਂ 8 ਸਾਲਾਂ ਬਾਅਦ ਵੀ ਤੂੰ ਮੈਨੂੰ ਇੱਕ ਬੱਚਾ ਨਾ ਦੇ ਸਕੀ। ਹੁਣ ਤੱਕ ਮੈਂ ਤੇਰੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਤਾਂ ਕਿ ਤੇਰੇ ਦਿਲ ਨੂੰ ਠੇਸ ਨਾ ਪਹੁੰਚੇ, ਪਰ ਬਸ ਹੁਣ ਮੈਂ ਹੋਰ ਨਹੀਂ ਸਾਰ ਸਕਦਾ। ਆਖਿਰ ਮੈਂ ਕਦ ਤੱਕ ਬੇਔਲਾਦ ਰਹਾਂਗਾ। ਇਸ ਲਈ ਨਾ ਚਾਹੁੰਦੇ ਹੋਏ ਵੀ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ। ਤੂੰ ਆਪਣੀ ਮਾਂ ਦੇ ਘਰ ਜਾ ਸਕਦੀ ਆ। ਮੈਂ ਤੈਨੂੰ ਤਲਾਕ ਦੇ ਪੇਪਰ ਉੱਥੇ ਭੇਜ ਦੇਵਾਂਗਾ। ਕੀਰਤ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿ ਅਚਾਨਕ ਕੀਰਤ ਨੂੰ ਕੀ ਹੋ ਗਿਆ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਮੈਨੂੰ ਕੀਰਤ ਨੇ ਅਜਿਹੇ ਜੁਰਮ ਦੀ ਸਜ਼ਾ ਸੁਣਾਈ ਜਿਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਸਾਰੀ ਰਾਤ ਰੋਂਦੀ ਰਹੀ। ਜਦ ਸਵੇਰ ਹੋਈ ਤਾਂ ਮੈਂ ਆਪਣਾ ਕੁਝ ਜ਼ਰੂਰੀ ਸਮਾਨ ਪੈਕ ਕੀਤਾ ਤੇ ਬਿਨਾਂ ਕਿਸੇ ਨੂੰ ਦੱਸੇ ਆਪਣੀ ਮਾਂ ਦੇ ਘਰ ਲਈ ਨਿਕਲ ਗਈ। ਰਸਤੇ ਵਿੱਚ ਜਾਂਦੇ ਹੋਏ ਮੈਂ ਸੋਚ ਰਹੀ ਸੀ ਕਿ ਜਦੋਂ ਮੇਰੀ ਮਾਂ ਨੂੰ ਇਹ ਪਤਾ ਚੱਲੇਗਾ ਕਿ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਆ ਤਾਂ ਉਹਨਾਂ 'ਤੇ ਕੀ ਬੀਤੇਗੀ। ਇਹੀ ਸਭ ਸੋਚਦੇ ਮੈਂ ਆਪਣੇ ਪੇਕੇ ਪਹੁੰਚ ਗਈ। ਸਵੇਰ ਦਾ ਵਕਤ ਸੀ। ਮੈਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਮੈਨੂੰ ਦੇਖਦੇ ਹੀ ਮੇਰੇ ਪਿਤਾ ਜੀ ਮੇਰੇ ਕੋਲ ਆਏ ਤੇ ਪੁੱਛਣ ਲੱਗੇ ਕਿ ਕੀ ਹੋਇਆ ਜੋਤੀ, ਤੂੰ ਇੰਨੀ ਸਵੇਰੇ ਸਵੇਰੇ ਸਭ ਠੀਕ ਤਾਂ ਹੈ। ਮੈਂ ਕਿਹਾ, ਨਹੀਂ ਪਾਪਾ, ਕੁਝ ਵੀ ਠੀਕ ਨਹੀਂ। ਮੈਨੂੰ ਕੀਰਤ ਨੇ ਛੱਡ ਦਿੱਤਾ ਆ ਤੇ ਉਹ ਮੈਨੂੰ ਤਲਾਕ ਦੇਣਾ ਚਾਹੁੰਦਾ ਆ। ਮੇਰੀ ਗੱਲ ਸੁਣ ਕੇ ਮੇਰੇ ਪਾਪਾ ਉੱਥੇ ਹੀ ਡਿੱਗ ਪਏ। ਪਾਪਾ ਦੇ ਡਿੱਗਣ ਦੀ ਆਵਾਜ਼ ਸੁਣ ਕੇ ਮੇਰੀ ਮਾਂ ਅੰਦਰੋਂ ਭੱਜ ਕੇ ਬਾਹਰ ਆਈ। ਅਸੀਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਆ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਹਨਾਂ ਦਾ ਖਿਆਲ ਰੱਖਣਾ। ਫਿਰ ਅਸੀਂ ਪਾਪਾ ਨੂੰ ਲੈ ਕੇ ਘਰ ਆ ਗਏ। ਮੈਂ ਬਹੁਤ ਸ਼ਰਮਿੰਦਾ ਸੀ ਕਿ ਮੇਰੀ ਵਜ੍ਹਾ ਨਾਲ ਮੇਰੇ ਪਾਪਾ ਦੀ ਤਬੀਅਤ ਖਰਾਬ ਹੋ ਗਈ। ਮੇਰੀ ਮਾਂ ਨੇ ਮੈਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਹ ਸਭ ਤਾਂ ਉੱਪਰ ਵਾਲੇ ਦੀ ਮਰਜ਼ੀ ਆ, ਤੂੰ ਫਿਕਰ ਨਾ ਕਰ, ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਆ, ਤੂੰ ਤਾਂ ਪਹਿਲਾਂ ਹੀ ਬਹੁਤ ਦੁਖੀ ਆ। ਉਸ ਦਿਨ ਤੋਂ ਬਾਅਦ ਮੈਂ ਤੇ ਮਾਂ ਮੇਰੇ ਪਾਪਾ ਦੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ। ਪਰ ਮੈਂ ਜਦ ਵੀ ਇਕੱਲੀ ਹੁੰਦੀ ਤਾਂ ਫੁੱਟ ਕੇ ਰੋਂਦੀ ਕਿ ਮੇਰੇ ਨਾਲ ਕੀ ਹੋ ਗਿਆ। ਜਿਹੜਾ ਪਤੀ ਮੈਨੂੰ ਇੰਨਾ ਪਿਆਰ ਕਰਦਾ ਸੀ, ਅਚਾਨਕ ਉਸਨੇ ਮੈਨੂੰ ਛੱਡ ਦਿੱਤਾ। ਇਹ ਸਵਾਲ ਮੇਰੇ ਦਿਮਾਗ ਵਿੱਚ ਵਾਰ-ਵਾਰ ਆਉਂਦਾ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਤਾਂ ਸਾਡੇ ਘਰ ਦੀ ਨੌਕਰਾਣੀ ਘਰ ਦੀ ਸਫਾਈ ਕਰਦੀ ਹੋਈ ਮੇਰੇ ਕਮਰੇ ਵਿੱਚ ਆਈ। ਮੈਂ ਉਸ ਵਕਤ ਰੋ ਰਹੀ ਸੀ। ਉਹ ਮੈਨੂੰ ਰੋਂਦਾ ਹੋਇਆ ਵੇਖ ਕੇ ਕਹਿਣ ਲੱਗੀ, ਦੀਦੀ ਇੱਕ ਗੱਲ ਕਹਾਂ। ਮੈਂ ਕਿਹਾ, ਹਾਂ ਕਹਿ, ਕੀ ਗੱਲ ਹੈ। ਉਹ ਕਹਿਣ ਲੱਗੀ ਕਿ ਦੀਦੀ, ਮੈਨੂੰ ਅੱਜ ਕੱਲ੍ਹ ਦੇ ਲੋਕਾਂ 'ਤੇ ਬੜੀ ਹੈਰਾਨੀ ਹੁੰਦੀ ਆ ਕਿ ਉਹ ਦੂਜਿਆਂ ਨੂੰ ਕਿਵੇਂ ਬਰਬਾਦ ਹੁੰਦਾ ਹੋਇਆ ਵੇਖ ਸਕਦੇ ਨੇ। ਮੈਂ ਉਸ ਨੂੰ ਕਿਹਾ, ਕੀ ਮਤਲਬ ਹੈ ਤੇਰਾ, ਤੂੰ ਕਹਿਣਾ ਕੀ ਚਾਹੁੰਦੀ ਆ।
ਉਸ ਤੋਂ ਬਾਅਦ ਉਸਨੇ ਜੋ ਕਿਹਾ ਉਸ ਨੂੰ ਸੁਣ ਕੇ ਮੈਂ ਸੁੰਨ ਰਹਿ ਗਈ। ਉਸਨੇ ਕਿਹਾ, ਦੀਦੀ, ਤੁਹਾਡੀ ਇਸ ਹਾਲਤ ਦੀ ਜ਼ਿੰਮੇਵਾਰ ਤੁਹਾਡੀ ਮਾਂ ਆ। ਉਹ ਤੁਹਾਨੂੰ ਇਸ ਹਾਲ ਵਿੱਚ ਦੇਖ ਕੇ ਬਹੁਤ ਖੁਸ਼ ਹੁੰਦੀ ਹੋਵੇਗੀ। ਉਸ ਦੀ ਗੱਲ ਸੁਣ ਕੇ ਮੈਂ ਘਬਰਾ ਕੇ ਇੱਕਦਮ ਉੱਠ ਕੇ ਬੈਠ ਗਈ। ਮੈਂ ਉਸ ਨੂੰ ਕਿਹਾ, ਇਹ ਤੂੰ ਕੀ ਕਹਿ ਰਹੀ ਆ? ਉਸਨੇ ਕਿਹਾ, ਮੈਂ ਜੋ ਕੁਝ ਵੀ ਕਹਿ ਰਹੀ ਹਾਂ ਉਹ ਬਿਲਕੁਲ ਸੱਚ ਆ। ਅਜੇ ਉਹ ਮੈਨੂੰ ਕੁਝ ਹੋਰ ਦੱਸਣ ਹੀ ਵਾਲੀ ਸੀ ਕਿ ਇੰਨੇ ਨੂੰ ਮੇਰੀ ਮਾਂ ਕਮਰੇ ਵਿੱਚ ਆ ਗਈ। ਮੇਰੀ ਮਾਂ ਨੇ ਗੁੱਸੇ ਨਾਲ ਉਸ ਨੂੰ ਕਿਹਾ ਕਿ ਤੂੰ ਇੱਥੇ ਬੈਠੀ ਗੱਲਾਂ ਕਰ ਰਹੀ ਆ, ਬਾਕੀ ਦੇ ਕੰਮ ਕੌਣ ਕਰੇਗਾ? ਉੱਠ ਕੇ ਜਾ ਇੱਥੋਂ ਤੇ ਕੰਮ ਕਰ। ਨੌਕਰਾਣੀ ਦੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਜੋਤੀ, ਇਸ ਨਾਲ ਜ਼ਿਆਦਾ ਗੱਲ ਨਾ ਕਰਿਆ ਕਰ। ਇਹ ਇੱਕ ਨੰਬਰ ਦੀ ਝੂਠੀ ਤੇ ਮਕਾਰ ਔਰਤ ਆ। ਇੱਧਰ ਦੀਆਂ ਗੱਲਾਂ ਉੱਧਰ ਤੇ ਉੱਧਰ ਦੀਆਂ ਗੱਲਾਂ ਇੱਧਰ ਕਰਕੇ ਲੋਕਾਂ ਦੇ ਘਰ ਪੁੱਟਦੀ ਆ। ਮੈਂ ਕਿਹਾ, ਮਾਂ, ਪਰ ਉਹ ਤਾਂ ਸ਼ਕਲ ਤੋਂ ਅਜਿਹੀ ਨਹੀਂ ਲੱਗਦੀ। ਮਾਂ ਨੇ ਕਿਹਾ, ਤੂੰ ਸ਼ਕਲ ਸੂਰਤ ਤੇ ਨਾ ਜਾਇਆ ਕਰ। ਸ਼ਕਲ ਤੋਂ ਤਾਂ ਤੈਨੂੰ ਕੀਰਤ ਵੀ ਚੰਗਾ ਹੀ ਲੱਗਦਾ ਸੀ। ਤੈਨੂੰ ਯਾਦ ਹੈ ਨਾ ਕਿ ਕਿਵੇਂ ਤੂੰ ਕੀਰਤ ਦੇ ਪਿਆਰ ਵਿੱਚ ਪਾਗਲ ਹੋਈ ਸੀ ਕਿ ਮੇਰੇ ਤੇ ਆਪਣੇ ਪਾਪਾ ਦੀ ਗੱਲ ਵੀ ਨਹੀਂ ਸੁਣੀ ਸੀ ਤੇ ਸਾਡੇ ਲੱਖ ਸਮਝਾਉਣ ਤੋਂ ਬਾਅਦ ਵੀ ਤੂੰ ਕੀਰਤ ਨਾਲ ਵਿਆਹ ਕਰਾਉਣ ਲਈ ਸਾਨੂੰ ਮਨਾ ਹੀ ਲਿਆ ਸੀ। ਤੇ ਹੁਣ ਵੇਖ ਉਸਨੇ ਤੇਰੇ ਨਾਲ ਕੀ ਕੀਤਾ ਆ। ਤੇਰੇ ਪਿਆਰ ਦੀ ਉਸ ਨੇ ਕੋਈ ਕਦਰ ਨਹੀਂ ਕੀਤੀ। ਔਲਾਦ ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦੀ ਤਾਂ ਕਿ ਉਹ ਆਪਣੀਆਂ ਪਤਨੀਆਂ ਨੂੰ ਛੱਡ ਦਿੰਦੇ ਆ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਕੰਬ ਗਈ। ਮਾਂ ਇਹ ਸਭ ਗੱਲਾਂ ਕਹਿ ਕੇ ਦਰਵਾਜ਼ਾ ਬੰਦ ਕਰਕੇ ਚਲੀ ਗਈ, ਪਰ ਮੈਨੂੰ ਮੇਰੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰਵਾ ਗਈ। ਮੈਨੂੰ ਉਹ ਦਿਨ ਯਾਦ ਆ ਗਏ ਜਦੋਂ ਮੈਨੂੰ ਕੀਰਤ ਨਾਲ ਮੁਹੱਬਤ ਹੋਈ ਸੀ। ਮੈਂ ਤੇ ਕੀਰਤ ਇੱਕ ਹੀ ਕਾਲਜ ਵਿੱਚ ਪੜ੍ਹਦੇ ਸੀ। ਇੱਕ ਦਿਨ ਤੇਜ਼ ਬਾਰਿਸ਼ ਹੋਈ ਤੇ ਬੱਦਲ ਗਰਜ ਰਹੇ ਸਨ। ਮੈਂ ਬਹੁਤ ਡਰ ਗਈ ਸੀ। ਕਾਲਜ ਵਿੱਚ ਸਾਰੇ ਮੇਰਾ ਮਜ਼ਾਕ ਬਣਾ ਰਹੇ ਸਨ। ਉਸ ਵਕਤ ਅੱਗੇ ਆ ਕੇ ਕੀਰਤ ਨੇ ਮੇਰਾ ਸਾਥ ਦਿੱਤਾ ਸੀ। ਉਸਨੇ ਕਿਹਾ ਕਿ ਮੇਰੀ ਛੋਟੀ ਭੈਣ ਵੀ ਤੇਰੇ ਵਾਂਗ ਬੱਦਲਾਂ ਦੇ ਗਰਜਣ ਤੋਂ ਡਰਦੀ ਆ। ਉਹ ਮੇਰੇ ਮਨ ਨੂੰ ਬਹਿਲਾਉਣ ਲਈ ਮੇਰੇ ਨਾਲ ਗੱਲਾਂ ਕਰਨ ਲੱਗਾ, ਜਿਸ ਨਾਲ ਮੈਂ ਬੱਦਲਾਂ ਦੇ ਗਰਜਣ ਤੋਂ ਨਾ ਡਰਾਂ। ਮੈਂ ਉਸ ਦੇ ਇਸ ਰਵੱਈਏ ਤੋਂ ਬਹੁਤ ਖੁਸ਼ ਹੋਈ। ਮੈਂ ਸੋਚਿਆ, ਕੋਈ ਤਾਂ ਹੈ ਜੋ ਮੈਨੂੰ ਸਮਝ ਸਕਦਾ ਆ, ਨਹੀਂ ਤਾਂ ਸਭ ਮੇਰਾ ਮਜ਼ਾਕ ਬਣਾਉਂਦੇ ਹਨ। ਇਸ ਤਰ੍ਹਾਂ ਸਾਡੀ ਦੋਸਤੀ ਹੋ ਗਈ। ਫਿਰ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਇਕੱਠੇ ਪੜ੍ਹਦੇ ਸਾਡੀ ਦੋਨਾਂ ਦੀ ਪੜ੍ਹਾਈ ਵੀ ਪੂਰੀ ਹੋ ਗਈ। ਪੜ੍ਹਾਈ ਤੋਂ ਬਾਅਦ ਮੇਰੇ ਘਰ ਵਿੱਚ ਮੇਰੇ ਰਿਸ਼ਤੇ ਦੀ ਗੱਲ ਚੱਲਣ ਲੱਗੀ। ਫਿਰ ਮੇਰੇ ਪਾਪਾ ਨੇ ਦੂਰ ਦੀ ਰਿਸ਼ਤੇਦਾਰੀ ਵਿੱਚ ਮੇਰਾ ਵਿਆਹ ਤੈਅ ਕਰ ਦਿੱਤਾ। ਪਾਪਾ ਦਾ ਫੈਸਲਾ ਸੁਣ ਕੇ ਮੈਂ ਘਬਰਾ ਗਈ। ਫਿਰ ਮੈਂ ਤੁਰੰਤ ਕੀਰਤ ਨੂੰ ਫੋਨ ਕੀਤਾ ਤੇ ਉਸ ਨੂੰ ਦੱਸਿਆ ਕਿ ਮੇਰੇ ਪਾਪਾ ਨੇ ਮੇਰਾ ਵਿਆਹ ਕਿਸੇ ਹੋਰ ਨਾਲ ਤੈਅ ਕਰ ਦਿੱਤਾ ਆ। ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਉਸਨੇ ਕਿਹਾ, ਤੂੰ ਫਿਕਰ ਨਾ ਕਰ, ਤੂੰ ਇੱਕ ਵਾਰ ਆਪਣੀ ਮਾਂ ਨਾਲ ਗੱਲ ਕਰਕੇ ਵੇਖ, ਉਹ ਸਾਡੀ ਮਦਦ ਜ਼ਰੂਰ ਕਰਨਗੇ। ਉਸ ਦੀ ਗੱਲ ਸੁਣ ਕੇ ਮੈਨੂੰ ਥੋੜੀ ਤਸੱਲੀ ਹੋਈ ਤੇ ਮੈਂ ਫੋਨ ਕੱਟ ਕੇ ਆਪਣੀ ਮਾਂ ਨੂੰ ਲੱਭਣ ਲੱਗੀ। ਮੇਰੀ ਮਾਂ ਕਮਰੇ ਵਿੱਚ ਬੈਠੀ ਸੀ। ਮੈਂ ਮਾਂ ਕੋਲ ਗਈ ਤੇ ਮਾਂ ਨੂੰ ਕਹਿਣ ਲੱਗੀ ਕਿ ਮਾਂ, ਮੈਂ ਕੀਰਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਜਿਹੜਾ ਕਿ ਮੇਰਾ ਕਲਾਸਮੇਟ ਹੈ। ਇਸ ਗੱਲ ਤੇ ਮੇਰੀ ਮਾਂ ਨੇ ਮੇਰੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ ਕਿ ਤੂੰ ਆਪਣੇ ਬਾਪ ਦੇ ਖਿਲਾਫ ਜਾਵੇਂਗੀ। ਅਜਿਹੀ ਗਲਤੀ ਨਾਲ ਵੀ ਨਾ ਸੋਚੀ। ਮਾਂ ਦਾ ਇਹ ਰਵੱਈਆ ਦੇਖ ਕੇ ਮੈਂ ਬਹੁਤ ਦੁਖੀ ਹੋਈ ਸੀ, ਕਿਉਂਕਿ ਉਹਨਾਂ ਨੇ ਅੱਜ ਤੱਕ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਸ਼ਾਮ ਨੂੰ ਜਦ ਪਾਪਾ ਘਰ ਆਏ ਤਾਂ ਉਹਨਾਂ ਨੇ ਮੇਰੇ ਬਾਰੇ ਵਿੱਚ ਪੁੱਛਿਆ ਤਾਂ ਮੇਰੀ ਮਾਂ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਫਿਰ ਮੇਰੇ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਪਿਆਰ ਨਾਲ ਪੁੱਛਣ ਲੱਗੇ ਕਿ ਤੂੰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਿਉਂ ਕੀਤਾ ਆ। ਉਹਨਾਂ ਨੂੰ ਵੇਖ ਕੇ ਮੈਂ ਉੱਚੀ-ਉੱਚੀ ਰੋਣ ਲੱਗੀ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਮੇਰੇ ਪਾਪਾ ਨੇ ਕਿਹਾ ਕਿ ਪੁੱਤ, ਮੈਂ ਹੁਣ ਉਹਨਾਂ ਨੂੰ ਜ਼ੁਬਾਨ ਦੇ ਚੁੱਕਿਆ ਆ। ਤੇਰਾ ਵਿਆਹ ਹੁਣ ਉੱਥੇ ਹੀ ਹੋਵੇਗਾ ਜਿੱਥੇ ਮੈਂ ਤੈਅ ਕੀਤਾ ਆ। ਮੈਂ ਕਿਹਾ ਕਿ ਪਾਪਾ, ਚਾਹੇ ਕੁਝ ਵੀ ਹੋ ਜਾਵੇ, ਪਰ ਮੈਂ ਕਿਸੇ ਹੋਰ ਨੂੰ ਐਕਸੈਪਟ ਨਹੀਂ ਕਰ ਸਕਦੀ, ਕਿਉਂਕਿ ਮੈਂ ਕੀਰਤ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਉਸ ਬਗੈਰ ਨਹੀਂ ਰਹਿ ਸਕਦੀ। ਪਰ ਮੇਰੇ ਪਾਪਾ ਬਿਨਾਂ ਕੁਝ ਕਹੇ ਹੀ ਕਮਰੇ ਤੋਂ ਬਾਹਰ ਚਲੇ ਗਏ ਸੀ। ਫਿਰ ਮੈਂ ਬਹੁਤ ਮਿੰਨਤਾਂ ਤਰਲੇ ਕੀਤੇ। ਫਿਰ ਕਿਤੇ ਜਾ ਕੇ ਮੇਰੇ ਘਰ ਦੇ ਇਸ ਵਿਆਹ ਲਈ ਮੰਨ ਗਏ। ਫਿਰ ਕੁਝ ਦਿਨਾਂ ਬਾਅਦ ਮੇਰਾ ਤੇ ਕੀਰਤ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਮੈਂ ਦੁਲਹਨ ਬਣ ਕੇ ਕੀਰਤ ਦੇ ਘਰ ਆ ਗਈ ਸੀ। ਉਸ ਦੇ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ।
ਕੀਰਤ ਦਾ ਪੂਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਬਹੁਤ ਚੰਗੇ ਲੋਕ ਸਨ। ਸਮਾਂ ਬੀਤਦਾ ਗਿਆ। ਸਾਡੇ ਵਿਆਹ ਨੂੰ 3 ਸਾਲ ਹੋ ਗਏ ਸਨ, ਪਰ ਮੇਰੇ ਕੋਈ ਬੱਚਾ ਨਹੀਂ ਹੋਇਆ ਸੀ। ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਕਹਿਣ ਲੱਗੀ, ਬੇਟੀ, ਮੈਂ ਚਾਹੁੰਦੀ ਹਾਂ ਕਿ ਸਾਡੇ ਘਰ ਵੀ ਬੱਚੇ ਦੀਆਂ ਕਿਲਕਾਰੀਆਂ ਸੁਣ। ਤੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ, ਪਰ ਤੂੰ ਮੈਨੂੰ ਇਹ ਖੁਸ਼ਖਬਰੀ ਨਹੀਂ ਦਿੱਤੀ। ਮੈਂ ਤਾਂ ਇਹ ਕਹਿੰਦੀ ਹਾਂ ਕਿ ਤੂੰ ਅਤੇ ਕੀਰਤ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾ ਲਵੋ। ਫਿਰ ਸਾਡੇ ਵਿਆਹ ਨੂੰ 5-6 ਸਾਲ ਹੋ ਗਏ, ਪਰ ਮੈਂ ਮਾਂ ਨਹੀਂ ਬਣ ਸਕੀ। ਬੱਚੇ ਦੀ ਕਮੀ ਮੈਨੂੰ ਅੰਦਰ ਹੀ ਅੰਦਰ ਖਾਏ ਜਾ ਰਹੀ ਸੀ। ਹੁਣ ਵੱਡੀ ਤੋਂ ਵੱਡੀ ਖੁਸ਼ੀ ਵੀ ਮੇਰੇ ਲਈ ਅਧੂਰੀ ਸੀ। ਹੁਣ ਮੇਰੀ ਸੱਸ ਕੀਰਤ ਨੂੰ ਦੂਜੇ ਵਿਆਹ ਲਈ ਮਨਾਉਂਦੀ ਰਹਿੰਦੀ। ਇੱਕ ਦਿਨ ਉਹ ਮੇਰੇ ਪਤੀ ਨੂੰ ਕਹਿਣ ਲੱਗੀ ਕਿ ਬੱਚਾ ਤਾਂ ਘਰ ਵਿੱਚ ਜ਼ਰੂਰੀ ਆ, ਤੂੰ ਦੂਜਾ ਵਿਆਹ ਕਰਵਾ ਲਾ। ਮੈਨੂੰ ਲੱਗਦਾ ਸੀ ਕਿ ਕੀਰਤ ਬੱਚੇ ਦੀ ਖਾਤਰ ਦੂਜਾ ਵਿਆਹ ਕਰਵਾ ਲੈਣਗੇ, ਪਰ ਕੀਰਤ ਨੇ ਅਜਿਹਾ ਕੁਝ ਨਹੀਂ ਕੀਤਾ। ਉਹਨਾਂ ਨੇ ਆਪਣੀ ਮਾਂ ਨੂੰ ਸਾਫ਼ ਮਨਾ ਕਰ ਦਿੱਤਾ ਕਿ ਉਹ ਵਿਆਹ ਨਹੀਂ ਕਰਵਾਵੇਗਾ। ਜਦ ਮੇਰੀ ਸੱਸ ਜ਼ਿਆਦਾ ਜ਼ੋਰ ਪਾਉਣ ਲੱਗੀ ਤਾਂ ਮੇਰੇ ਪਤੀ ਨੇ ਇਸ ਜ਼ੋਰ ਰੋਜ਼ ਦੀ ਕੜਕੜ ਤੋਂ ਬਚਣ ਲਈ ਉਹਨਾਂ ਦਾ ਘਰ ਛੱਡ ਦਿੱਤਾ। ਹੁਣ ਅਸੀਂ ਦੋਨੋਂ ਕਿਰਾਏ ਦੇ ਮਕਾਨ 'ਤੇ ਰਹਿੰਦੇ ਸੀ। ਮੈਂ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੀਆਂ ਸਨ ਕਿ ਮਾਂ, ਕੀਰਤ ਮੈਨੂੰ ਬਹੁਤ ਪਿਆਰ ਕਰਦੇ ਹਨ। ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਮੈਂ ਉਹਨਾਂ ਨੂੰ ਔਲਾਦ ਨਹੀਂ ਦੇ ਸਕੀ। ਉਹਨਾਂ ਦੇ ਘਰ ਵਾਲੇ ਉਹਨਾਂ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਹਨ, ਪਰ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਨੇ ਆਪਣੇ ਘਰ ਵਾਲਿਆਂ ਦੀ ਗੱਲ ਨਹੀਂ ਮੰਨੀ, ਇਸ ਲਈ ਅਸੀਂ ਹੁਣ ਦੂਜੇ ਘਰ ਵਿੱਚ ਰਹਿ ਰਹੇ ਹਾਂ। ਮਾਂ ਨੇ ਕਿਹਾ, ਚਲੋ ਚੰਗੀ ਗੱਲ ਆ, ਤੇਰੀ ਪਸੰਦ ਵਧੀਆ ਸੀ, ਤੂੰ ਆਪਣੇ ਲਈ ਵਧੀਆ ਫੈਸਲਾ ਲਿਆ ਸੀ। ਸਾਡੀ ਜ਼ਿੰਦਗੀ ਬਹੁਤ ਸਕੂਨ ਨਾਲ ਗੁਜ਼ਰ ਰਹੀ ਸੀ। ਕੀਰਤ ਦਾ ਪਿਆਰ ਤੇ ਮੇਰੇ ਪ੍ਰਤੀ ਲਗਾਵ ਵੇਖ ਕੇ ਮੈਂ ਕਈ ਵਾਰ ਸੋਚਦੀ ਕਿ ਮੈਂ ਸ਼ਾਇਦ ਦੁਨੀਆ ਦੀ ਸਭ ਤੋਂ ਖੁਸ਼ ਨਸੀਬ ਹਾਂ ਜਿਸ ਨੂੰ ਕੀਰਤ ਜਿਹਾ ਪਤੀ ਮਿਲਿਆ। ਪਰ ਅਚਾਨਕ ਹੀ ਕੀਰਤ ਦੇ ਵਿਹਾਰ ਵਿੱਚ ਤਬਦੀਲੀ ਆ ਗਈ ਤੇ ਉਹਨਾਂ ਨੇ ਮੈਨੂੰ ਇੱਕ ਦਿਨ ਬੱਚੇ ਦਾ ਤਾਨਾ ਦੇ ਕੇ ਘਰੋਂ ਕੱਢ ਦਿੱਤਾ ਤੇ ਮੈਨੂੰ ਤਲਾਕ ਦੇ ਦਿੱਤਾ। ਇਹ ਸਭ ਸੋਚ ਕੇ ਮੇਰਾ ਸਿਰ ਫਟਣ ਲੱਗਾ। ਮੈਂ ਕਮਰੇ ਤੋਂ ਬਾਹਰ ਆਈ ਤੇ ਆਪਣਾ ਹੱਥ ਮੂੰਹ ਧੋ ਕੇ ਸੋਫੇ ਤੇ ਬੈਠ ਗਈ। ਹੁਣ ਮੈਂ ਪਹਿਲਾਂ ਵਾਲੀ ਜੋਤੀ ਨਹੀਂ ਰਹੀ ਸੀ, ਜਿਹੜੀ ਛੋਟੀ-ਛੋਟੀ ਗੱਲ ਤੇ ਘਰ ਨੂੰ ਸਿਰ ਤੇ ਚੁੱਕ ਲੈਂਦੀ ਸੀ। ਹੁਣ ਤਾਂ ਮੈਂ ਤਲਾਕ ਜਿਹਾ ਬੋਝ ਵੀ ਬਰਦਾਸ਼ਤ ਕਰ ਰਹੀ ਸੀ। ਫਿਰ ਮੇਰੀ ਮਾਂ ਨੇ ਖਾਣਾ ਲਗਾਇਆ ਤੇ ਅਸੀਂ ਸਭ ਨੇ ਖਾਣਾ ਖਾਧਾ। ਅਗਲੇ ਦਿਨ ਜਦੋਂ ਫਿਰ ਸਾਡੀ ਨੌਕਰਾਣੀ ਆਈ ਤਾਂ ਉਸਨੇ ਮੈਨੂੰ ਕਮਰੇ ਵਿੱਚ ਇਕੱਲੀ ਵੇਖ ਕੇ ਫਿਰ ਤੋਂ ਉਹੀ ਗੱਲ ਦੁਹਰਾਈ। ਉਸਨੇ ਕਿਹਾ ਕਿ ਦੀਦੀ, ਤੇਰੀ ਮਾਂ ਨਹੀਂ, ਡੈਣ ਆ, ਜਿਸ ਨੇ ਤੁਹਾਡੇ ਨਾਲ ਇਹ ਸਭ ਕੀਤਾ ਤੇ ਤੁਸੀਂ ਬੇਔਲਾਦ ਰਹਿ ਗਏ ਤੇ ਤੁਹਾਡੇ ਪਤੀ ਨੇ ਤੁਹਾਨੂੰ ਤਲਾਕ ਦੇ ਦਿੱਤਾ। ਹੁਣ ਮੈਂ ਉਸ ਨੂੰ ਕੁਝ ਪੁੱਛਣ ਹੀ ਲੱਗੀ ਸੀ ਕਿ ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਰਾਣੀ ਨੂੰ ਕਹਿਣ ਲੱਗੀ, ਬਹੁਤ ਕੱਪੜੇ ਹੋ ਗਏ ਹਨ ਧੋਣ ਲਈ, ਜਾ ਕੇ ਉਹਨਾਂ ਨੂੰ ਧੋ ਲਾ। ਮੈਂ ਰਾਣੀ ਦੀਆਂ ਗੱਲਾਂ ਨਾਲ ਬਹੁਤ ਉਲਝ ਗਈ ਸੀ ਕਿ ਆਖਰ ਇਹ ਸਭ ਕੀ ਆ। ਰਾਣੀ ਵਾਰ-ਵਾਰ ਮੇਰੀ ਮਾਂ ਨੂੰ ਦੋਸ਼ੀ ਕਿਉਂ ਠਹਿਰਾ ਰਹੀ ਆ? ਕੀ ਉਹ ਸੱਚ ਬੋਲ ਰਹੀ ਆ? ਪਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਆ? ਮੇਰੀ ਮਾਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰੇਗੀ? ਮੇਰੀ ਮਾਂ ਤਾਂ ਮੈਨੂੰ ਖੁਸ਼ ਵੇਖਣਾ ਚਾਹੁੰਦੀ ਆ, ਫਿਰ ਉਹ ਮੇਰੀ ਖੁਸ਼ੀਆਂ ਤੋਂ ਕਿਉਂ ਜਲੇਗੀ? ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਘੁੰਮ ਰਹੇ ਸੀ ਕਿ ਆਖਿਰ ਮੇਰੀ ਮਾਂ ਰਾਣੀ ਨੂੰ ਮੇਰੇ ਕਮਰੇ ਵਿੱਚ ਕਿਉਂ ਨਹੀਂ ਆਉਣ ਦਿੰਦੀ? ਜ਼ਰੂਰ ਰਾਣੀ ਦੇ ਕੋਲ ਮੇਰੀ ਮਾਂ ਦਾ ਕੋਈ ਰਾਜ ਹੋਵੇਗਾ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਮਾਂ ਦਾ ਇਹ ਰਾਜ ਪਤਾ ਕਰਕੇ ਹੀ ਰਹਾਂਗੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦ ਸਵੇਰ ਹੋਈ, ਮੈਂ ਆਪਣੇ ਕਮਰੇ 'ਚੋਂ ਬਾਹਰ ਨਿਕਲੀ ਤਾਂ ਵੇਖਿਆ ਕਿ ਮੇਰੀ ਮਾਂ ਨਿਢਾਲ ਜਿਹੀ ਪਈ ਸੀ। ਮੈਂ ਉਹਨਾਂ ਕੋਲ ਗਈ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਮਾਂ, ਤੁਹਾਡੀ ਤਬੀਅਤ ਠੀਕ ਨਹੀਂ ਹੈ? ਤਾਂ ਮਾਂ ਨੇ ਕਿਹਾ, ਨਹੀਂ, ਮੇਰੀ ਤਬੀਅਤ ਠੀਕ ਨਹੀਂ ਹੈ। ਮੇਰੇ ਦਿਲ ਤੇ ਬਹੁਤ ਵੱਡਾ ਬੋਝ ਆ। ਅਜਿਹਾ ਲੱਗ ਰਿਹਾ ਹੈ ਕਿ ਬਹੁਤ ਬੁਰਾ ਹੋਣ ਵਾਲਾ ਆ। ਅਜੇ ਉਹ ਬੋਲ ਹੀ ਰਹੀ ਸੀ ਕਿ ਅਚਾਨਕ ਉਹ ਬੇਹੋਸ਼ ਹੋ ਗਏ। ਮੈਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਉਹਨਾਂ ਦੇ ਕੁਝ ਟੈਸਟ ਕੀਤੇ ਤੇ ਫਿਰ ਕਿਹਾ ਕਿ ਇਹਨਾਂ ਦਾ ਜਲਦ ਤੋਂ ਜਲਦ ਆਪਰੇਸ਼ਨ ਕਰਨਾ ਹੋਵੇਗਾ। ਮੈਂ ਤੁਰੰਤ ਆਪਰੇਸ਼ਨ ਫਾਰਮ ਭਰ ਦਿੱਤਾ। ਪੈਸਿਆਂ ਦੀ ਜ਼ਰੂਰਤ ਸੀ, ਇਸ ਲਈ ਮੈਂ ਪੈਸੇ ਲੈਣ ਲਈ ਘਰ ਆ ਗਈ। ਮੈਂ ਮਾਂ ਦੇ ਕਮਰੇ ਵਿੱਚ ਪੈਸੇ ਲੈਣ ਗਈ। ਮੈਂ ਜਲਦੀ ਨਾਲ ਅਲਮਾਰੀ ਖੋਲ੍ਹੀ ਤਾਂ ਉਸ ਵਿੱਚ ਪੈਸੇ ਪਏ ਸਨ ਤੇ ਨਾਲ ਹੀ ਇੱਕ ਡਾਇਰੀ ਵੀ ਪਈ ਸੀ। ਮੈਨੂੰ ਯਾਦ ਆਇਆ ਕਿ ਮੇਰੀ ਮਾਂ ਡਾਇਰੀ ਲਿਖਦੀ ਹੁੰਦੀ ਸੀ, ਪਰ ਜਿਵੇਂ ਹੀ ਮੈਂ ਉਹਨਾਂ ਕੋਲ ਜਾਂਦੀ ਤਾਂ ਉਹ ਡਾਇਰੀ ਮੇਰੇ ਤੋਂ ਲੁਕੋ ਲੈਂਦੀ ਸੀ।
ਅੱਜ ਮੇਰੇ ਕੋਲ ਮਾਂ ਦੀ ਉਹ ਡਾਇਰੀ ਸੀ ਤੇ ਮਜਬੂਰੀ ਵਿੱਚ ਮੈਂ ਉਸ ਨੂੰ ਖੋਲ੍ਹ ਲਿਆ। ਪਹਿਲੇ ਪੇਜ ਤੇ ਹੀ ਲਿਖਿਆ ਸੀ, ਰਮੇਸ਼ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਹ ਵੇਖ ਕੇ ਮੇਰਾ ਦਿਲ ਦਹਿਲ ਗਿਆ। ਮੇਰੇ ਮੰਮੀ ਪਾਪਾ ਵਿੱਚ ਤਾਂ ਬਹੁਤ ਪਿਆਰ ਸੀ, ਫਿਰ ਅਜਿਹਾ ਕਿਉਂ ਲਿਖਿਆ? ਕੁਝ ਗੜਬੜ ਤਾਂ ਜ਼ਰੂਰ ਆ। ਅੱਗੇ ਪੇਜ ਜਦ ਮੈਂ ਪੜ੍ਹਦੀ ਜਾ ਰਹੀ ਸੀ ਤਾਂ ਉਹ ਮੇਰੇ ਦਿਲ ਨੂੰ ਹੋਰ ਵੀ ਝਟਕਾ ਦੇਣ ਲੱਗੇ। ਮਾਂ ਨੇ ਲਿਖਿਆ ਸੀ ਕਿ ਮੇਰਾ ਵਿਆਹ ਰਮੇਸ਼ ਨਾਲ ਬਹੁਤ ਹੀ ਮਜਬੂਰੀ ਵਿੱਚ ਹੋਇਆ ਸੀ। ਅਸੀਂ 7 ਭੈਣਾਂ ਸੀ ਤੇ ਮੇਰੇ ਮਾਂ-ਬਾਪ ਬਹੁਤ ਗਰੀਬ ਸਨ। ਸਾਨੂੰ 2 ਵਕਤ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਮਿਲਦੀ ਸੀ। ਇਸ ਲਈ ਨਾ ਚਾਹੁੰਦੇ ਹੋਏ ਵੀ ਮਜਬੂਰੀ ਵਿੱਚ ਮੇਰੇ ਘਰਦਿਆਂ ਨੇ ਮੇਰਾ ਵਿਆਹ ਰਮੇਸ਼ ਨਾਲ ਕਰਵਾ ਦਿੱਤਾ, ਜੋ ਕਿ ਉਮਰ ਵਿੱਚ ਮੇਰੇ ਨਾਲੋਂ ਕਾਫੀ ਵੱਡਾ ਸੀ ਤੇ ਇੱਕ ਧੀ ਦਾ ਬਾਪ ਸੀ। ਰਮੇਸ਼ ਨੇ ਪਹਿਲੀ ਰਾਤ ਹੀ ਆਪਣੀ 3 ਸਾਲ ਦੀ ਬੱਚੀ ਮੇਰੀ ਗੋਦ ਵਿੱਚ ਬਿਠਾ ਦਿੱਤੀ। ਬੱਚੀ ਬਹੁਤ ਛੋਟੀ ਸੀ, ਇਸ ਲਈ ਮੈਨੂੰ ਉਸ ਦਾ ਬਹੁਤ ਖਿਆਲ ਰੱਖਣਾ ਪੈਂਦਾ। ਮੈਂ ਜੋਤੀ ਨਾਲ ਬਹੁਤ ਨਫ਼ਰਤ ਕਰਦੀ ਸੀ, ਪਰ ਆਪਣੇ ਪਤੀ ਦੀ ਖੁਸ਼ੀ ਲਈ ਮੈਨੂੰ ਉਸ ਦਾ ਖਿਆਲ ਰੱਖਣਾ ਪੈਂਦਾ ਸੀ। ਰਮੇਸ਼ ਨੇ ਕਿਹਾ ਕਿ ਉਹਨਾਂ ਨੇ ਮੇਰੀ ਖੁਸ਼ੀ ਲਈ ਬੱਚੀ ਨੂੰ ਮੈਨੂੰ ਸੌਂਪਿਆ ਸੀ। ਇਸ ਗੱਲ ਨੇ ਮੇਰਾ ਦਿਲ ਜਿੱਤ ਲਿਆ ਸੀ। ਫਿਰ ਮੈਂ ਜੋਤੀ ਨੂੰ ਦਿਲ ਤੋਂ ਅਪਣਾ ਲਿਆ ਤੇ ਉਸ ਨੂੰ ਸਗੀ ਬੇਟੀ ਵਾਂਗ ਪਿਆਰ ਕੀਤਾ। ਦਿਨ ਐਵੇਂ ਹੀ ਗੁਜ਼ਰਨ ਲੱਗੇ ਤੇ ਅਸੀਂ ਹੁਣ ਜੋਤੀ ਦੇ ਵਿਆਹ ਬਾਰੇ ਸੋਚਣ ਲੱਗੇ। ਪਰ ਇੱਕ ਦਿਨ ਰਮੇਸ਼ ਦਾ ਦੋਸਤ ਘਰ ਆਇਆ ਤੇ ਉਸਨੇ ਮੈਨੂੰ ਦੱਸਿਆ ਕਿ ਰਮੇਸ਼ ਦੁਆਰਾ ਕੀਤੀ ਗਈ ਛਲ ਕਪਟ ਦੀ ਵਜ੍ਹਾ ਨਾਲ ਸਾਡੀ ਸੰਬੰਧਿਤਾ ਕਿਸੇ ਵੀ ਰੂਪ ਵਿੱਚ ਠੀਕ ਨਹੀਂ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਰਮੇਸ਼ ਨੇ ਮੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਆ ਤੇ ਉਸ ਨੂੰ ਮਾਂ ਬਣਨ ਤੋਂ ਰੋਕਣ ਲਈ ਉਸ ਦੇ ਖਾਣੇ ਵਿੱਚ ਅਜਿਹੀ ਦਵਾਈ ਮਿਲਾਈ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ। ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਿ ਕੀ ਇਹ ਸਭ ਸੱਚ ਹੈ? ਕਿ ਸੱਚਮੁੱਚ ਹੀ ਰਮੇਸ਼ ਨੇ ਉਹਨਾਂ ਨਾਲ ਅਜਿਹਾ ਕੀਤਾ ਸੀ? ਕਿ ਸੱਚਮੁੱਚ ਹੀ ਦਵਾਈ ਦੇਣ ਨਾਲ ਉਹ ਮਾਂ ਨਹੀਂ ਬਣ ਸਕੀ ਸੀ? ਮੇਰੀ ਮਾਂ ਦੀ ਡਾਇਰੀ ਨੇ ਮੇਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੈਂ ਇਹ ਜਾਣ ਗਈ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਬੇਟੀ ਦੀ ਖੁਸ਼ੀ ਦੇ ਲਈ ਆਪਣੀ ਪਤਨੀ ਦੇ ਨਾਲ ਖਿਲਵਾੜ ਕੀਤਾ ਸੀ। ਮੈਂ ਉਹਨਾਂ ਦੇ ਇਸ ਖੂਬਸੂਰਤ ਸਫ਼ਰ ਨੂੰ ਪੜ੍ਹਦੇ ਹੋਏ ਇੱਕ ਮਾਂ ਦੀਆਂ ਭਾਵਨਾਵਾਂ ਨੂੰ ਸਮਝ ਗਈ ਸੀ। ਮੇਰੀ ਮਾਂ ਨੇ ਇਸ ਤੋਂ ਅੱਗੇ ਡਾਇਰੀ ਵਿੱਚ ਲਿਖਿਆ ਕਿ ਰਮੇਸ਼ ਦੇ ਦੋਸਤ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਰਮੇਸ਼ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਹੈ। ਉਸ ਨੇ ਆਪਣੀ ਬੇਟੀ ਦੀ ਖਾਤਰ ਮੈਨੂੰ ਕਦੇ ਮਾਂ ਬਣਨ ਨਹੀਂ ਦਿੱਤਾ। ਮੇਰੇ ਮਨ ਵਿੱਚ ਆਇਆ ਕਿ ਰਮੇਸ਼ ਨੂੰ ਛੱਡ ਕੇ ਇੱਥੋਂ ਦੂਰ ਭੱਜ ਜਾਵਾਂ। ਫਿਰ ਸੋਚਿਆ ਕਿ ਜਿਸ ਬੇਟੀ ਦੀ ਖਾਤਰ ਉਸਨੇ ਮੈਨੂੰ ਬਰਬਾਦ ਕੀਤਾ ਆ, ਚਾਹੇ ਜੋ ਵੀ ਹੋ ਜਾਵੇ, ਮੈਂ ਵੀ ਉਸ ਦੀ ਬੇਟੀ ਦੀ ਜ਼ਿੰਦਗੀ ਖਰਾਬ ਕਰਕੇ ਹੀ ਛੱਡਾਂਗੀ। ਫਿਰ ਉਸੇ ਦਿਨ ਮੈਨੂੰ ਪਤਾ ਚੱਲਿਆ ਕਿ ਜੋਤੀ ਨੇ ਆਪਣੇ ਲਈ ਇੱਕ ਲੜਕਾ ਪਸੰਦ ਕਰ ਲਿਆ ਆ। ਇਸੇ ਲਈ ਮੈਂ ਉਸ ਨੂੰ ਇੱਕ ਥੱਪੜ ਵੀ ਮਾਰਿਆ ਸੀ, ਕਿਉਂਕਿ ਮੈਂ ਚਾਹੁੰਦੀ ਸੀ ਕਿ ਉਸ ਦਾ ਵਿਆਹ ਸਾਡੀ ਮਰਜ਼ੀ ਨਾਲ ਹੋਵੇ। ਉਹਦੇ ਲਈ ਮੁੰਡਾ ਮੈਂ ਆਪਣੀ ਦੂਰ ਦੀ ਰਿਸ਼ਤੇਦਾਰੀ ਵਿੱਚ ਲੱਭਿਆ ਸੀ, ਜੋ ਬਹੁਤ ਸ਼ਰਾਬੀ ਸੀ। ਪਰ ਜੋਤੀ ਨੇ ਜਿੱਦ ਕਰਕੇ ਉਸੇ ਲੜਕੇ ਨਾਲ ਵਿਆਹ ਕਰਵਾਇਆ ਜਿਸ ਨੂੰ ਉਹ ਪਸੰਦ ਕਰਦੀ ਸੀ, ਤੇ ਉਹ ਲੜਕਾ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ। ਤੇ ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਫਿਰ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਜੋਤੀ ਆਪਣੇ ਘਰ ਵਿੱਚ ਬਹੁਤ ਖੁਸ਼ ਆ। ਫਿਰ ਮੈਂ ਇੱਕ ਤਰਕੀਬ ਕੱਢੀ। ਜੋਤੀ ਨੇ ਜਿੱਥੇ ਵਿਆਹ ਕਰਵਾਇਆ ਸੀ ਉਹ ਸਾਡੇ ਘਰ ਤੋਂ ਥੋੜੀ ਦੂਰੀ ਤੇ ਹੀ ਸੀ। ਇਸ ਲਈ ਜਿਹੜੀ ਨੌਕਰਾਣੀ ਜੋਤੀ ਦੇ ਘਰ ਕੰਮ ਕਰਦੀ ਸੀ, ਮੈਂ ਉਸ ਨੂੰ ਬੁਲਾ ਲਿਆ ਤੇ ਬਹੁਤ ਸਾਰੇ ਪੈਸੇ ਦਿੱਤੇ। ਫਿਰ ਉਸ ਨੌਕਰਾਣੀ ਨੂੰ ਮੈਂ ਉਹੀ ਗੋਲੀ ਜੋਤੀ ਦੇ ਖਾਣੇ ਵਿੱਚ ਮਿਲਾਉਣ ਲਈ ਕਿਹਾ ਜਿਸ ਨਾਲ ਉਹ ਮਾਂ ਨਹੀਂ ਬਣ ਸਕਦੀ ਸੀ, ਕਿਉਂਕਿ ਜਿਸ ਤਰ੍ਹਾਂ ਮੈਂ ਮਾਂ ਬਣਨ ਦੀ ਖੁਸ਼ੀ ਲਈ ਤੜਫਦੀ ਰਹਿੰਦੀ ਸੀ, ਮੈਂ ਚਾਹੁੰਦੀ ਸੀ ਕਿ ਜੋਤੀ ਨੂੰ ਵੀ ਉਹੀ ਤੜਫ ਮਿਲੇ ਤੇ ਉਸ ਦਾ ਪਤੀ ਉਸ ਨੂੰ ਤਲਾਕ ਦੇ ਦੇਵੇ। ਜੋਤੀ ਨੂੰ ਔਲਾਦ ਦੀ ਖੁਸ਼ੀ ਤਾਂ ਨਹੀਂ ਮਿਲ ਸਕੀ, ਪਰ ਮੈਨੂੰ ਪਤਾ ਚੱਲਿਆ ਕਿ ਉਸ ਦੇ ਪਤੀ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ। ਹੁਣ ਉਹ ਉਸ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਖਿਆਲ ਰੱਖਦਾ ਤੇ ਉਸ ਦਾ ਸਾਥ ਦਿੰਦਾ ਆ। ਇਸ ਲਈ ਮੈਂ ਬਦਲੇ ਦੀ ਅੱਗ ਵਿੱਚ ਇੱਕ ਦਿਨ ਕੀਰਤ ਨੂੰ ਆਪਣੇ ਘਰ ਬੁਲਾ ਲਿਆ ਤੇ ਜੋਤੀ ਦੀ ਇੱਕ ਝੂਠੀ ਰਿਪੋਰਟ ਉਸ ਦੇ ਸਾਹਮਣੇ ਰੱਖ ਦਿੱਤੀ ਤੇ ਉਸ ਨੂੰ ਦੱਸਿਆ ਕਿ ਜੋਤੀ ਨੇ ਵਿਆਹ ਤੋਂ ਪਹਿਲਾਂ ਕਈ ਵਾਰ ਆਪਣਾ ਅਬੋਰਸ਼ਨ ਕਰਵਾਇਆ ਹੈ। ਉਹ ਜਾਣ ਬੁੱਝ ਕੇ ਕੁਝ ਦਵਾਈਆਂ ਲੈਂਦੀ ਆ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਬੱਚਾ ਹੋਣ ਨਾਲ ਉਸ ਦੀ ਖੂਬਸੂਰਤੀ ਢਲ ਜਾਏਗੀ। ਉਹ ਜਦ ਵੀ ਇੱਥੇ ਆਉਂਦੀ ਆ
ਤਾਂ ਉਸ ਦੇ ਬਹੁਤ ਸਾਰੇ ਬੁਆਏਫ੍ਰੈਂਡ ਉਸ ਨੂੰ ਮਿਲਣ ਆਉਂਦੇ ਹਨ। ਇਸੇ ਲਈ ਉਹ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਚਾਹੁੰਦੀ ਆ ਤਾਂ ਕਿ ਉਸ ਦੇ ਬੁਆਏਫ੍ਰੈਂਡ ਉਸ ਦੀ ਤਾਰੀਫ ਕਰਨ ਤੇ ਉਸ ਤੇ ਜਾਨ ਛਿੜਕਣ। ਇਹ ਗੱਲ ਸੁਣ ਕੇ ਕੀਰਤ ਸੁੰਨ ਰਹਿ ਗਿਆ ਸੀ। ਕੀਰਤ ਕਹਿਣ ਲੱਗਿਆ, ਪਰ ਇਹ ਗੱਲ ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ? ਉਹ ਤਾਂ ਤੁਹਾਡੀ ਬੇਟੀ ਆ। ਤਾਂ ਮੈਂ ਕੀਰਤ ਨੂੰ ਕਿਹਾ ਕਿ ਬੇਟਾ, ਭਾਵੇਂ ਜੋਤੀ ਮੇਰੀ ਬੇਟੀ ਆ, ਪਰ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਤੈਨੂੰ ਹੋਰ ਧੋਖੇ ਵਿੱਚ ਨਹੀਂ ਰੱਖ ਸਕਦੇ, ਕਿਉਂਕਿ ਉਸ ਦਾ ਲੜਕਿਆਂ ਨੂੰ ਮਿਲਣਾ ਤੇ ਉਹਨਾਂ ਨਾਲ ਘੁੰਮਣਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਨਾ ਚਾਹੁੰਦੇ ਹੋਏ ਵੀ ਮੈਨੂੰ ਇਹ ਸਭ ਦੱਸਣਾ ਪਿਆ ਤਾਂ ਕਿ ਤੂੰ ਉਸ ਨੂੰ ਸਮਝਾ ਸਕੇ। ਇਸ ਵਾਰ ਤੀਰ ਟਿਕਾਣੇ ਤੇ ਲੱਗਿਆ ਸੀ ਤੇ ਕੀਰਤ ਨੇ ਜੋਤੀ ਨੂੰ ਤਲਾਕ ਦੇ ਦਿੱਤਾ ਸੀ ਤੇ ਮੇਰਾ ਬਦਲਾ ਪੂਰਾ ਹੋ ਗਿਆ ਸੀ। ਪਰ ਪਤਾ ਨਹੀਂ ਕਿਉਂ ਬਦਲਾ ਪੂਰਾ ਹੋਣ ਤੋਂ ਬਾਅਦ ਵੀ ਮੈਨੂੰ ਸਕੂਨ ਨਹੀਂ ਮਿਲਿਆ। ਮੇਰੀ ਮਮਤਾ ਬੇਚੈਨ ਹੋ ਗਈ ਕਿ ਭਲੇ ਹੀ ਮੈਂ ਉਸ ਦੀ ਸਕੀ ਮਾਂ ਨਹੀਂ, ਪਰ ਮੈਂ ਉਸ ਨੂੰ ਸਕੀ ਬੇਟੀ ਵਾਂਗ ਪਾਲਿਆ ਆ। ਮੈਂ ਜਦ ਜੋਤੀ ਨੂੰ ਵੇਖਦੀ ਹਾਂ ਤਾਂ ਮੇਰੇ ਦਿਲ ਵਿੱਚ ਚੀਜ਼ ਉੱਠਦੀ ਆ, ਮੈਂ ਬਹੁਤ ਗਲਤ ਕੀਤਾ ਆ। ਇੱਕ ਆਦਮੀ ਦੀ ਸਜ਼ਾ ਉਸ ਦੀ ਬੇਟੀ ਨੂੰ ਦੇ ਦਿੱਤੀ। ਮੇਰਾ ਦਿਲ ਕਰਦਾ ਆ ਕਿ ਮੈਂ ਮਰ ਜਾਵਾਂ, ਕਿਉਂਕਿ ਹੁਣ ਮੈਂ ਜੋਤੀ ਤੋਂ ਮਾਫੀ ਵੀ ਨਹੀਂ ਮੰਗ ਸਕਦੀ। ਅੱਗੇ ਵੇਖਿਆ ਤਾਂ ਡਾਇਰੀ ਖਾਲੀ ਸੀ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਇਹ ਸਭ ਕੀ ਹੋ ਗਿਆ ਮੇਰੇ ਨਾਲ? ਮੈਂ ਜਲਦੀ ਨਾਲ ਆਪਣੇ ਹੰਝੂ ਪੂੰਝੇ ਤੇ ਹਸਪਤਾਲ ਚੱਲ ਪਈ। ਹਸਪਤਾਲ ਜਾਂਦੇ ਹੀ ਮੈਨੂੰ ਪਤਾ ਚੱਲਿਆ ਕਿ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਆ। ਮੈਂ ਨਾ ਚਾਹੁੰਦੇ ਹੋਏ ਵੀ ਆਪਣੀ ਮਾਂ ਨੂੰ ਦਿਲ ਤੋਂ ਮਾਫ ਕਰ ਦਿੱਤਾ ਸੀ, ਕਿਉਂਕਿ ਸ਼ਾਇਦ ਉਹਨਾਂ ਦੀ ਵੀ ਗਲਤੀ ਨਹੀਂ ਸੀ। ਗਲਤੀ ਤਾਂ ਪਾਪਾ ਦੀ ਸੀ, ਜਿਨ੍ਹਾਂ ਨੇ ਉਹਨਾਂ ਨਾਲ ਏਡਾ ਵੱਡਾ ਧੋਖਾ ਕੀਤਾ ਤੇ ਉਹ ਆਪਣੇ ਕਰਮਾਂ ਦੀ ਸਜ਼ਾ ਹੁਣ ਬਿਸਤਰ ਤੇ ਪੈ ਕੇ ਭੁਗਤ ਰਹੇ ਸਨ। ਕੁਝ ਦਿਨਾਂ ਬਾਅਦ ਉਹ ਡਾਇਰੀ ਮੈਂ ਕੀਰਤ ਨੂੰ ਦਿਖਾਈ। ਕੀਰਤ ਡਾਇਰੀ ਪੜ੍ਹ ਕੇ ਰੋਣ ਲੱਗੇ। ਉਹਨਾਂ ਨੂੰ ਆਪਣੇ ਕੀਤੇ ਤੇ ਸ਼ਰਮਿੰਦਗੀ ਸੀ। ਉਹਨਾਂ ਨੇ ਮੈਨੂੰ ਦੁਬਾਰਾ ਅਪਣਾ ਲਿਆ ਸੀ, ਕਿਉਂਕਿ ਉਹ ਮੈਨੂੰ ਸੱਚਾ ਪਿਆਰ ਕਰਦੇ ਸਨ। ਕਿ ਮੇਰੇ ਪਾਪਾ ਨੇ ਜੋ ਮੇਰੀ ਮਾਂ ਨਾਲ ਕੀਤਾ ਉਹ ਸਹੀ ਸੀ, ਜੋ ਮੇਰੀ ਮਾਂ ਨੇ ਮੇਰੇ ਨਾਲ ਕੀਤਾ ਉਹ ਸਹੀ ਸੀ? ਕੀ ਮੈਂ ਆਪਣੀ ਮਾਂ ਨੂੰ ਮਾਫ ਕਰਕੇ ਸਹੀ ਕੀਤਾ? ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਧੰਨਵਾਦ ਜੀ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।